ਇਸ ਦੇ ਵਿੱਚ ਸਰ ਉਹਨਾਂ ਨੂੰ ਸੋਚਣਾ ਚਾਹੀਦਾ ਸਾਡੇ ਫਿਊਚਰ ਬਾਰੇ ਵੀ, ਬਿਕੋਜ਼ ਉਹ ਕਹਿ ਰਹੇ ਆ ਵੀ 2024 ਚ ਅੱਗੇ ਮਤਲਬ ਖੋਲਣਗੇ ਵੀਜ਼ਾਸ। ਇਸ ਦੇ ਨਾਲ ਸਾਨੂੰ ਇੱਕ ਤਾਂ ਸਾਡਾ ਗੈਪ ਵਧੇਗਾ ਸਰ, ਨਾਲੇ ਸਾਡਾ ਫਿਊਚਰ ਖਰਾਬ ਹੋਏਗਾ। ਉਹਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈਗਾ ਸਟੂਡੈਂਟਸ ਦੇ ਬਾਰੇ। ਕੀ ਲੱਗਦਾ ਤੁਹਾਨੂੰ, ਕੀ ਕਾਰਨ ਸਮਝਦੇ ਹੋ ਤੁਸੀਂ ਇੱਦਾਂ ਦੇ ਜਿਹੜੇ ਐਡਵਾਈਜ਼ਰੀ ਜਾਰੀ ਕੀਤੀਆਂ ਜਾ ਰਹੀਆਂ? ਤੁਹਾਡੇ ਪੇਰੈਂਟਸ ਰਿਲੇਟਿਵ ਵੀ ਉੱਥੇ ਹੋਣਗੇ? ਹਾਂਜੀ ਸਰ, ਸਾਡੇ ਰਿਲੇਟਿਵਸ ਨੇ ਉੱਧਰ, ਉਹਨਾਂ ਨੇ ਵੀ ਆਖਰ ਇੱਧਰ ਘਰ ਹੈ ਨਾ ਆਉਣਾ ਕਰਨਾ ਹੁੰਦਾ ਹੈਗਾ, ਪਰ ਉਹਨਾਂ ਨੂੰ ਸੋਚਣਾ ਚਾਹੀਦਾ ਵਾ ਬਿਕੋਜ਼ ਵੀਜ਼ਾਸ ਦੇ ਉਹਨਾਂ ਦੇ ਪੰਜਾਬੀਆਂ ਦੇ ਸਿਰ 'ਤੇ ਹੀ ਕੈਨੇਡਾ ਚੱਲ ਰਿਹਾ ਹੈ, ਬਿਕੋਜ਼ ਸਭ ਤੋਂ ਜ਼ਿਆਦਾ ਉੱਧਰ ਪੰਜਾਬੀ ਹੀ ਨੇ। ਉਹਨਾਂ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈਗਾ। ਇਹ ਉਹਨਾਂ ਨੂੰ ਟੇਬਲ ਟਾਕ ਕਰਨੀ ਚਾਹੀਦੀ ਹੈ ਬੈਠ ਕੇ ਆਪਸ 'ਚ। ਕੌਣ ਟੇਬਲ ਟਾਕ, ਕਿਹਦੇ ਨਾਲ ਟੇਬਲ ਟਾਕ ਕਰਨੀ ਚਾਹੀਦੀ ਹੈ? ਟਰੂਡੋ ਨੂੰ ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਰਨੀ ਚਾਹੀਦੀ ਹੈ ਆਪਸ 'ਚ ਟੇਬਲ ਟਾਕ। ਕੀ ਲੱਗਦਾ ਤੁਹਾਨੂੰ ਇਹ ਹੱਲ ਨਿਕਲ ਸਕਦਾ ਕਿ ਨਹੀਂ? ਹਾਂਜੀ, ਜੇਕਰ ਉਹ ਗੱਲ ਕਰਨਗੇ ਤਾਂ ਹੱਲ ਜ਼ਰੂਰ ਨਿਕਲੇਗਾ, ਬਿਕੋਜ਼ ਕਿਸੇ ਵੀ ਸਿਚੁਏਸ਼ਨ ਦਾ ਹੱਲ ਗੱਲ ਹੀ ਹੁੰਦਾ ਹੈਗਾ। ਜੇ ਗੱਲ ਕਰਨਗੇ ਫੇਰ ਹੀ ਪਤਾ ਲੱਗੇਗਾ ਵੀ ਕੀ ਆ ਆਪਸ ਵਿੱਚ। ਤੇ ਜਿਹੜੀਆਂ ਐਡਵਾਈਜ਼ਰੀ ਜਾਰੀ ਹੁੰਦੀਆਂ ਹੈਗੀਆਂ ਇਹਦੇ ਨਾਲ ਕਿੰਨਾ ਕੁ ਫੇਸ ਕਰਨਾ ਪੈਂਦਾ ਹੈ, ਕਿੰਨੀ ਕੁ ਟੈਨਸ਼ਨ ਹੁੰਦੀ ਹੈ? ਇਹਦੇ ਨਾਲ ਸਾਨੂੰ ਜ਼ਿਆਦਾਤਰ ਸਟੂਡੈਂਟਸ ਨੂੰ ਹੀ ਟੈਨਸ਼ਨ ਹੋਏਗੀ, ਬਿਕੋਜ਼ ਗਵਰਨਮੈਂਟ ਨੇ ਤਾਂ ਆਪਦਾ ਕੰਮ ਕਰਨਾ, ਉਹਨਾਂ ਨੂੰ ਤਾਂ ਕੋਈ ਜ਼ਿਆਦਾ ਇਸ਼ੂ ਨਹੀਂ ਹੋਏਗਾ, ਬਟ ਸਾਡੇ ਸਟੂਡੈਂਟਸ ਦੀ ਲਾਈਫ ਜ਼ਿਆਦਾ ਖ਼ਰਾਬ ਹੋਏਗੀ। ਇਸ ਨਾਲ ਸਾਨੂੰ ਇਸ਼ੂ ਜ਼ਿਆਦਾ ਸਹਿਣੇ ਪੈਣਗੇ। ਸਰ, ਮੈਂ ਕੱਲ ਰਾਤ ਹੀ ਨਿਊਜ਼ ਪੜ੍ਹੀ ਸੀ ਕਿ ਗਵਰਨਮੈਂਟ ਨੇ ਜਿਹੜੀ ਕੈਨੇਡਾ ਦੀ ਨੇ ਹੈ ਨਾ ਉਹਨਾਂ ਨੇ ਵੀਜ਼ੇ ਬੰਦ ਕਰਤੇ ਆ, ਪਰ ਮੇਰੀ ਹੁਣ ਕੀ ਫਾਈਲ ਲੱਗੀ ਹੋਈ ਆ ਹੈ ਨਾ। ਅਤੇ ਹੁਣ ਦੇਖੋ ਹੁਣ ਜਿਹੜੇ ਕਿ ਬਹੁਤ ਸਾਰੇ ਜਿਹੜੇ ਕਿ ਪੀਪਲ ਆ ਉੱਧਰ ਵੀ ਆ ਹੈ ਨਾ, ਕਿਉਂਕਿ 70% ਜਿਹੜੇ ਕਿ ਇੰਡੀਅਨ ਪੀਪਲ ਆ, ਅਤੇ ਹੁਣ ਉਹ ਜੇ ਇੱਧਰ ਨਾ ਆਉਣਗੇ ਤਾਂ ਉਹ ਕੀ ਆ ਮਤਲਬ ਕਿ ਪ੍ਰੋਬਲਮ ਫੇਸ ਕਰਨਗੇ। ਦੇਖਿਆ ਯਾਰ ਉਧਰ ਕਾਫੀ ਬੱਚੇ ਜਿਹੜੇ ਇਕੱਲੇ ਹੈਗੇ ਉਹਨਾਂ ਦੇ ਪੇਰੈਂਟਸ ਇੱਥੇ ਹੈ, ਅਗਰ ਇਹਨਾਂ ਦਾ ਮੇਲ ਵਿਤਾਰ ਨਹੀਂ ਹੋਏਗਾ ਤੇ ਆਉਣ ਵਾਲੇ ਕਿੰਨੀਆਂ ਕੁ ਦਿੱਕਤਾਂ ਹੋ ਸਕਦੀਆਂ? ਦੇਖੋ ਸਰ, ਫੈਮਿਲੀ ਮੈਂਬਰ ਤਾਂ ਸਾਰੇ ਲਈ ਜ਼ਰੂਰੀ ਹੁੰਦੇ ਆ ਹੈ ਨਾ। ਜੇ ਉਹ ਇਕੱਲੇ ਹੋਣਗੇ ਉੱਥੇ ਤੇ ਉਹ ਕੀ ਆਪਦੀ ਜਿਹੜੇ ਕਿ ਫੈਮਿਲੀ ਮੈਂਬਰ ਨੂੰ ਨਹੀਂ ਮਿਲ ਸਕਣਗੇ, ਕਿਉਂਕਿ ਹੈ ਨਾ ਹੁਣ ਜਿਵੇਂ ਮੇਰੇ ਫਰੈਂਡ ਆ ਉਹਨਾਂ ਨੇ ਵੀ ਆਉਣਾ ਸੀ ਇੱਥੇ, ਹੁਣ ਮਤਲਬ ਉਹਨਾਂ ਦੀ ਜਿਹੜੀ ਮੈਰਿਜ ਆ ਉਹਨਾਂ ਨੇ ਨੈਕਸਟ ਮੰਥ ਰੱਖੀ ਹੈ, ਅਤੇ ਉਹ ਕੀ ਜੇ ਉਹਨਾਂ ਮਤਲਬ ਕਿ ਸਰਕਾਰ ਉਹਨਾਂ ਨੂੰ ਵੀਜ਼ੇ ਨਹੀਂ ਦਊਗੀ ਇੰਡੀਅਨ ਆਉਣ ਵਾਸਤੇ, ਅਤੇ ਫਿਰ ਉਹ ਕੀ ਆ ਹੈ ਨਾ ਆਪਣੀ ਫੈਮਿਲੀ ਨੂੰ ਵੀ ਨਹੀਂ ਮਿਲ ਸਕਣਗੇ ਅਤੇ ਆਪਣੇ ਰਿਲੇਟਿਵਸ ਨੂੰ ਨਹੀਂ। ਕੀ ਕਰਨਾ ਹੋਣਾ ਚਾਹੀਦਾ ਤੁਹਾਡੇ ਮੁਤਾਬਕ ਇਹਨਾਂ ਦਾ? ਮੇਰੇ ਤਾਂ ਅਕੋਰਡਿੰਗ ਸਰ ਇਹੀ ਹੈ ਕਿ ਵੀ ਮਤਲਬ ਗਵਰਨਮੈਂਟ ਨੂੰ ਕੀ ਆ ਦੋਨਾਂ ਆਪਸ 'ਚ ਦੋਨਾਂ ਜਣਿਆਂ ਨੂੰ ਬੈਠ ਕੇ ਮਤਲਬ ਕਿ ਇੱਕ ਦੂਜੇ ਨਾਲ ਗੱਲਬਾਤ ਸਾਂਝੀ ਕਰਨੀ ਚਾਹੀਦੀ ਕਿ ਕਿਉਂ ਹੋ ਰਿਹਾ ਹੈ। ਮਸਲਾ ਹੱਲ ਹੋ ਸਕਦਾ ਅਗਰ ਗੱਲਬਾਤ ਕਰਦੇ? ਹਾਂਜੀ ਸਰ, ਜ਼ਰੂਰ ਹੋਊਗਾ ਜੇ ਉਹ ਦੋਨੇ ਜਾਣੇ ਵੀ ਮਤਲਬ ਵਧੀਆ ਗੱਲਬਾਤ ਕਰਨਗੇ ਵੀ ਕਿਉਂ ਹੋ ਰਿਹਾ ਹੈ। ਸਰ ਦੇਖੋ, ਜਿਹੜੀ ਇਹ ਐਡਵਾਈਜ਼ਰੀ ਜਾਰੀ ਹੋਈ ਹੈ ਕਿ ਟਰੂਡੋ ਜੀ ਨੇ ਕਿਹਾ ਵੀ ਅਸੀਂ ਵੀਜ਼ਾ ਜਿਹੜੇ ਹੈਗੇ ਆ ਪੰਜਾਬ ਤੇ ਭਾਰਤ ਦੇ ਵੀ ਅਸੀਂ ਬੰਦ ਕਰ ਦਾਂਗੇ, ਅਸੀਂ ਆਉਣ ਨਹੀਂ ਦੇਵਾਂਗੇ ਉੱਧਰਲੇ ਸਟੂਡੈਂਟਸ ਨੂੰ। ਤਾਂ ਦੇਖੋ ਜੀ ਹੁਣ ਮਤਲਬ ਕਿ ਮੇਰੀ ਵੀ ਫਾਈਲ ਲੱਗੀ ਹੋਈ ਹੈ ਬਾਹਰ ਜਾਣ ਦੀ, ਮੈਂ ਕੈਨੇਡਾ ਜਾਣਾ, ਅਤੇ ਜਿਹੜੀ ਕਿ ਇਹਦਾ ਕਰਕੇ ਹੈ ਕਿ ਸਾਡੇ ਪੰਜਾਬ ਦੇ ਅਤੇ ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਉੱਧਰ ਆ, ਅਤੇ ਇਹਨਾਂ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਆ ਵੀ ਨਾ ਉੱਧਰਲਿਆਂ ਨੂੰ ਇੱਧਰ ਆਉਣ ਦਿਆਂਗੇ ਅਤੇ ਨਾ ਹੀ ਇੱਧਰੋਂ ਉੱਧਰ ਜਾਣ ਦਿਆਂਗੇ। ਤਾਂ ਇਹਦਾ ਕਰਕੇ ਕਿ ਦਿੱਕਤ ਹੈਗੀ ਜਿਹੜੀ ਵੀ ਸਟੂਡੈਂਟਸ ਨੂੰ ਹੀ ਆਊਗੀ, ਸਰਕਾਰਾਂ ਨੂੰ ਇਹਦਾ ਕੋਈ ਫਰਕ ਨਹੀਂ ਪੈਣਾ। ਤਾਂ ਅਸੀਂ ਸਰ ਇਹੀ ਸੁਜੈਸਟ ਕਰਦੇ ਹਾਂ ਕਿ ਦੋਨਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਬੈਠ ਕੇ ਗੱਲਬਾਤ ਕਰਨ ਤਾਂ ਕਿ ਜਿਹੜੇ ਇਸ ਮੁੱਦੇ ਦਾ ਹੱਲ ਵੀ ਕੱਢਿਆ ਜਾ ਸਕੇ। ਇਹਦੇ ਨਾਲ ਜਿਹੜੇ ਸਟੂਡੈਂਟ ਆਈਲੈਟਸ ਵੀ ਕਰ ਰਹੇ ਜਿਨ੍ਹਾਂ ਦੇ ਬੱਚੇ ਉੱਧਰ ਉਹਨਾਂ ਕਿੰਨੀਆਂ ਕੁ ਪਰੇਸ਼ਾਨੀਆਂ ਜਿਹੜੀ ਸਹਿਣੀਆਂ ਕਰਨੀਆਂ ਪੈ ਰਹੀਆਂ? ਸਰ ਦੇਖੋ, ਪਰੇਸ਼ਾਨੀਆਂ ਤਾਂ ਬਹੁਤ ਜ਼ਿਆਦਾ ਹੀ ਆ ਰਹੀਆਂ, ਜਿਵੇਂ ਕਿ ਹੁਣ ਮੇਰੇ ਮਾਮਾ ਜੀ ਨੇ ਆਉਣਾ ਸੀਗਾ ਸਰ ਪਰਸੋਂ ਕੈਨੇਡਾ ਤੋਂ, ਕਿਉਂਕਿ ਮੇਰੇ ਬ੍ਰਦਰ ਦਾ ਵਿਆਹ ਹੈਗਾ, ਅਤੇ ਉਹਦਾ ਕਰਕੇ ਕਿ ਉਹਨਾਂ ਦੀਆਂ ਜਿਹੜਾ ਇਹ ਮੁੱਦਾ ਭੜਕਿਆ ਹੋਇਆ ਸਰ, ਇਹਦਾ ਕਰਕੇ ਨਾ ਫਲਾਈਟਸ ਵੀ ਕੈਂਸਲ ਹੋ ਗਈਆਂ, ਤਾਂ ਕਰਕੇ ਉਹ 2 ਦਿਨ ਹੋ ਗਏ ਉਹਨਾਂ ਨੂੰ ਵੈਨਕੂਵਰ ਦੇ ਵਿੱਚ ਰੁਕੇ ਹੋਏ ਆ। ਤਾਂ ਇਹਦਾ ਕਰਕੇ ਕਿ ਸਾਡੇ ਫੈਮਲੀਜ਼ ਨੂੰ ਵੀ ਉੱਧਰ ਬੈਠਿਆਂ ਨੂੰ ਦਿੱਕਤ ਆ ਰਹੀ ਹੈ। ਇਹਦੇ ਨਾਲ ਕਾਫੀ ਦਿੱਕਤਾਂ ਆਉਂਦੀਆਂ, ਬੱਚੇ ਜਿਹੜੇ ਉੱਧਰ ਬੈਠੇ ਉਹਨਾਂ ਨੇ ਇੱਧਰ ਆਉਣਾ, ਅਤੇ ਇੱਧਰ ਜਿਹੜੇ ਮਾਂ ਪਿਓ ਇਕੱਲੇ ਬੈਠੇ ਉਹਨਾਂ ਨੂੰ ਦਿੱਕਤ ਆ ਰਹੀ ਹੈ। ਹਾਂਜੀ, ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ। ਜੇ ਦੇਖੋ ਸਰ, ਜੇ ਉੱਧਰਲੇ ਸਟੂਡੈਂਟ ਇੱਧਰ ਨਾ ਆਉਣਗੇ ਤਾਂ ਉਹਨਾਂ ਨੇ ਵੀ ਸਰ ਇੱਧਰ ਆ ਕੇ ਆਪਦੀ ਫੈਮਿਲੀ ਪਲੈਨਿੰਗਸ ਕਰਨੀ ਆ, ਵਿਆਹ ਵੀ ਕਰਾਉਣੇ ਸਰ, ਤਾਂ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਊਗੀ। ਦੇਖੋ ਜੀ, ਜਿਵੇਂ ਕਿ ਨਿਊਜ਼ 'ਚ ਅਸੀਂ ਵੀ ਪੜ੍ਹਿਆ ਹੈ, ਸੁਣਿਆ ਹੈ, ਸੋਸ਼ਲ ਮੀਡੀਆ 'ਤੇ ਜਿਹੜਾ ਮੁੱਦਾ ਹੈ ਕਾਫੀ ਹੀਟਡ ਅਪ ਹੈ, ਅਤੇ ਐਜ਼ ਏ ਇਮੀਗ੍ਰੇਸ਼ਨ ਅਤੇ ਕੰਸਲਟੈਂਟ 'ਤੇ ਕਾਫੀ ਚਿੰਤਾ 'ਚ ਹਾਂ, ਔਰ ਮੈਂ ਤਾਂ ਇਹੀ ਅਰਦਾਸ ਕਰਾਂਗੀ ਕਿ ਜਿਹੜਾ ਜੋ ਵੀ ਇਹ ਮੁੱਦਾ ਹੈ ਇਹ ਖਤਮ ਹੋਣਾ ਚਾਹੀਦਾ। ਅਤੇ ਜਿਹੜੇ ਬੱਚੇ ਹੈ, ਕਿਉਂਕਿ ਕਾਫੀ ਪੰਜਾਬੀ ਬੱਚਿਆਂ ਦਾ ਜਿਹੜਾ ਸੁਪਨਾ ਹੁੰਦਾ ਕਿ ਅਸੀਂ ਕੈਨੇਡਾ ਜਾਈਏ ਔਰ ਕੈਨੇਡਾ 'ਚ ਜਾ ਕੇ ਪੜ੍ਹੀਏ, ਅਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਵੀ ਪਰੇਸ਼ਾਨ ਨੇ। ਕਾਫੀ ਬੱਚੇ ਜਿਹੜੇ ਹੈਗੇ ਆ ਪੁੱਛ ਰਹੇ ਹੈ ਕਿ ਬਈ ਕੀ ਬਣੂਗਾ, ਸਾਨੂੰ ਵੀਜ਼ਾ ਮਿਲੂਗਾ ਕਿ ਨਹੀਂ ਮਿਲੂਗਾ।
ਤੇ ਮੈਂ ਤੇ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਸਾਰਾ ਕੁਝ ਜਿਵੇਂ ਪਹਿਲਾਂ ਸੀ ਬਹੁਤ ਚੰਗਾ ਹੋ ਜਾਏ ਔਰ ਬੱਚਿਆਂ ਨੂੰ ਵੀਜ਼ੇ ਵੀ ਮਿਲਣ ਔਰ ਜਿਹੜਾ ਵੀ ਕੋਈ ਵਿਵਾਦ ਹੈ ਜੋ ਵੀ ਕੋਈ ਇਸ਼ੂ ਹੈ ਉਹਨਾਂ ਨੂੰ ਬਹਿ ਕੇ ਸੋਲਵ ਕਰ ਲੈਣਾ ਚਾਹੀਦਾ ਹੈ ਤਾਂ ਕਿ ਬੱਚਿਆਂ ਦਾ ਫਿਊਚਰ ਜਿਹੜਾ ਹੈ ਉਹ ਐਟ ਸਟੇਕ ਨਾ ਰਹੇ, ਬੱਚਿਆਂ ਦਾ ਫਿਊਚਰ ਨਾ ਖਰਾਬ ਹੋਏ ਕਿਉਂਕਿ ਬੱਚਿਆਂ ਨੇ ਫਾਈਲਾਂ ਲਾਈਆਂ ਹੋਈਆਂ। ਹੁਣ ਜਿਨ੍ਹਾਂ ਨੇ ਫਾਈਲਾਂ ਲਗਾਈਆਂ ਹੋਈਆਂ ਔਰ ਉਹ ਆਪਣੇ ਵੀਜ਼ੇ ਦੀ ਉਡੀਕ ਦੇ ਵਿੱਚ ਹੈਗੀਆਂ ਨੇ, ਉਹਨਾਂ ਨੇ ਪੇਰੈਂਟਸ ਦਾ ਵੀ ਕਾਫੀ ਪੈਸਾ ਲੱਗਿਆ ਹੋਇਆ, ਉਹਨਾਂ ਦੀ ਕਾਫੀ ਉਮੀਦਾਂ ਨੇ। ਤੇ ਮੈਨੂੰ ਲੱਗਦਾ ਕਿ ਬਹਿ ਕੇ ਮਾਮਲਾ ਜੋ ਵੀ ਹੈ ਨਾ ਕੋਈ ਸਮਝੌਤਾ ਹੋਣਾ ਚਾਹੀਦਾ ਜੀ। ਜਿਹੜੀ ਇਸ ਤਰ੍ਹਾਂ ਦੀ ਐਡਵਾਈਜ਼ਰੀ ਅਗਰ ਜੇ ਕੀਤੀ ਜਾਂਦੀ ਹੈ ਉਹਦੇ ਨਾਲ ਜਿਹੜੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪੇਰੈਂਟਸ ਨੂੰ ਵੀ ਬੱਚਿਆਂ ਨੂੰ ਵੀ, ਉਹਦੇ ਵਾਸਤੇ हाँ जी देखो सामना तो दिक्कत तो आएगी, सारिਆਂ ਨੂੰ ਹੀ ਦਿੱਕਤ ਆਉਂਦੀ ਹੈ। ਹੁਣ ਜਿਨ੍ਹਾਂ ਨੇ ਫਾਈਲ ਲੱਗੀ ਹੋਈ ਹੈ ਜਿਹੜੇ ਵੀਜ਼ੇ ਦੀ ਵੇਟ ਕਰ ਰਹੇ ਹੈ ਇਹਨਾਂ ਨਾਲ ਪੇਰੈਂਟਸ ਨੇ ਵੀ ਦੇਖੋ ਜੀ ਬੜੀ ਮੁਸ਼ਕਿਲ ਨਾਲ ਪੈਸੇ ਲਗਾਏ ਹੋਏ ਹੈ, ਬੱਚੇ ਵੀ ਆਪਣਾ ਇੱਕ ਇਨਟੇਕ ਜਿਹੜਾ ਉਹ ਦਿਮਾਗ 'ਚ ਲਿੱਤਾ ਹੋਇਆ ਵੀ ਅਸੀਂ ਇਸ ਇਨਟੇਕ ਜਾਣਾ ਹੈ ਤੇ ਹੁੰਦਾ ਹੀ ਹੈ ਫਰਕ ਤੇ ਬਹੁਤ ਪੈਣਾ, ਦਿੱਕਤ ਤੇ ਬਹੁਤ ਆਏਗੀ ਅਗਰ ਬੱਚਿਆਂ ਦਾ ਇਸ ਇਨਟੇਕ ਨਾ ਹੋ ਕੇ ਅਗਲੇ ਇਨਟੇਕ ਜਾਣਗੇ ਤੇ ਉਹਨਾਂ ਦੀ ਫਿਰ ਅਗੇਨ ਫੀਸ ਜਿਹੜੀ ਉਹ ਡਿਫਰ ਹੁੰਦੀ ਹੈ ਤੇ ਕਾਫੀ ਜਿਹੜੀ ਦਿੱਕਤ ਤੇ ਆਉਂਦੀ ਹੈਗੀ ਹੈ ਜੀ। ਐਜ਼ ਏ ਵੀਜ਼ਾ ਐਕਸਪਰਟ ਜਿਹੜਾ ਹੈਗਾ ਤੁਸੀਂ ਕਿੰਨੀਆਂ ਕੁ ਫਾਈਲਾਂ ਜਿਹੜੀਆਂ ਹੁਣ ਤੁਹਾਨੂੰ ਲੱਗਣੀਆਂ ਹੈਗੀਆਂ ਮਤਲਬ ਕਿ ਔਨ ਰੋਲ ਚੱਲ ਰਹੀਆਂ ਹੈਗੀਆਂ ਨੇ ਉਹਨਾਂ ਨੂੰ ਕੀ ਦਿੱਕਤਾਂ ਆ ਸਕਦੀਆਂ? ਦੇਖੋ ਜੀ ਫਾਈਲਾਂ ਤੇ ਹੈਗੀਆਂ ਕਾਫੀ ਜਿਹੜੀ ਨੈਕਸਟ ਇਨਟੇਕ ਦੀਆਂ ਸਾਡੀ ਜਨਵਰੀ ਇਨਟੇਕ ਦੀਆਂ ਵੀ ਚੱਲ ਰਹੀਆਂ ਹੈਗੀਆਂ, ਆਫਰ ਲੈਟਰਸ ਵੀ ਆ ਗਈਆਂ, ਫਾਈਲਾਂ ਲੱਗੀਆਂ, ਮਈ ਇਨਟੇਕ ਵੀ ਅੱਗੇ ਚੱਲ ਰਿਹਾ ਤੇ ਮੈਨੂੰ ਲੱਗਦਾ ਫਰਕ ਤੇ ਪਏਗਾ ਕਿਉਂਕਿ ਜਦ ਇੱਕ ਇਸ਼ੂ ਹੋ ਜਾਂਦਾ ਹੈ ਸਾਰੇ ਪਾਸੇ ਇੱਕੋ ਹੀ ਗੱਲ ਚੱਲ ਰਹੀ ਹੈ ਵੀ ਸਾਡੀ ਜਿਹੜਾ ਵੀ ਐਡਵਾਈਜ਼ਰੀ ਹੋ ਗਈ ਹੈ ਔਰ ਵੀਜ਼ਾ ਨਹੀਂ ਮਿਲਨੇ, ਵੀਜ਼ਾ ਬੰਦ ਕਰਤੇ ਹੈ ਤੇ ਡਰ ਤੇ ਹੈਗਾ, ਦਿੱਕਤ ਵੀ ਆਏਗੀ। ਬਟ ਮੈਂ ਤਾਂ ਫਿਰ ਉਹੀ ਜਿਵੇਂ ਸਾਰੇ ਇਮੀਗ੍ਰੇਸ਼ਨ ਵਾਲੇ ਅਸੀਂ ਸਾਰੇ ਇਹੀ ਕਹਿੰਦੇ ਆ ਵੀ ਦੇਖੋ ਕੋਈ ਸੋਲਵ ਕਰ ਲੈਣਾ ਚਾਹੀਦਾ ਤਾਂ ਕਿ ਬੱਚਿਆਂ ਦਾ ਫਿਊਚਰ ਨਾ ਖਰਾਬ ਹੋਏ। ਬੱਚਾ ਜਿਹੜਾ ਆਪਣੀ ਜਿਸ ਕੰਟਰੀ 'ਚ ਪੜ੍ਹਨਾ ਚਾਹੁੰਦਾ ਹੈ ਜਾਂ ਜਿਹੜਾ ਉਹਨੇ ਇਨਟੇਕ ਸੋਚਿਆ ਹੋਇਆ ਉਹਨੂੰ ਉਹ ਮਿਲ ਜਾਏ ਤੇ ਉਹ ਆਪਣਾ ਸਫਲਤਾਪੂਰਵਕ ਉੱਥੇ ਪਹੁੰਚ ਜਾਏ। ਮੈਮ ਜੇਕਰ ਸਪੋਜ਼ ਕਰ ਲਓ ਵੀ ਜਦੋਂ ਦੀ ਫਾਈਲ ਜਨਵਰੀ ਦੇ ਵਿੱਚ ਲੱਗੀ ਜਾਂ ਫਰਵਰੀ 'ਚ ਲੱਗੀ ਹੈਗੀ ਆ ਔਰ ਉਹਦਾ ਜਿਹੜਾ ਹੈਗਾ ਵੀਜ਼ਾ ਨਹੀਂ ਆਉਂਦਾ ਜਾਂ ਪ੍ਰੋਬਲਮ ਕੋਈ ਆਉਂਦੀ ਤੇ ਫਿਰ ਉਹਦਾ ਗੈਪ ਕਿੱਦਾਂ ਮਤਲਬ ਕਿ ਪੂਰਾ ਹੋਊਗਾ? देखो जी वो तो है ही है, इशू तो बहुत रहेगा गैप का क्योंकि अगर हुण बच्चा नहीं अगर हुण गया तो फिर वो अगे जाएगा तो गैप तो वधदा जाएगा ना अगले इनटेक तक तो फिर वो लिए काफ़ी प्रॉब्लम हैगी है। वो तो मेन यही तो सोचना है भी वो किवें वो गैप पूरा होएगा क्योंकि इन्ने विवाद दे विच और बच्चे का जिहड़ा फ्यूचर है वो एट स्टेक है। ओवरऑल की होना चाहिए ਤੁਹਾਡਾ? देखो मैं तो यही कहूँगी कि बैठ के गल कर लेनी चाहिए क्योंकि जब आप बैठ के गल करिए क्योंकि हुणे देखो साडे इत्थे सारे देश आए और दिल्ली च इन्ना वड्डा साडे समिट होया और बहुत वधिया लग रहा सी कि साडा देश जिहड़ा हैगा उहदे विच सारे देश आए, अलग अलग प्राइम मिनिस्टर आए तो बहुत चंगा लग्या, एक प्रोग्रेस का जिहड़ा एक साइन है। बट हुणे फिर विवाद एकदम उस तो बाद हो जाना थोड़ा जिहा लगदा भी नहीं होना चाहिए सी, ये बैठ के सॉल्व होना चाहिए और असी सारे एक कोई ग्लोबल वर्ल्ड दे विच रह रहे हैं, कैसी दुनिया च रह रहे हैं जिथे सारे देश इकट्ठे हाँ। सो मैनूं लगदा एक ग्लोबल इकोनॉमी आपां नूं बैठ के समझौता या जो भी दिक्कत है उन्होंने सॉल्व करके तो बच्चों नूं जिहड़े भी हैगे है उधरले बच्चे इधर आने इधरले बच्चे उधर जान तो बैठ के जिहड़ा सॉल्व कर लेना चाहिए, समझौता जिहड़ा हैगा वो जरूरी है। मैम जिस तरीके का सीजन आ रहा है फेस्टिवल सीजन आ रहा है मैरिजेस वगैरह का सीजन आता है खास कर जी गल करिए पंजाब के तो साडी जिहड़े हैगे ने नवंबर तक जिहड़ा है साडे फेस्टिवल होंदे ने उस तो बाद साडा मैरिजेस सीजन शुरू हो जाता है। ज़्यादातर पंजाबी उधर रहते हैं उन्होंने किद्दां आपां फेस करांगे? ठीक है जी अगे वही गल है जी हुण आपां देख रहे हैं सुन रहे हैं सोशल मीडिया ते फिर हुण मैरिज से तो ज़्यादा तो ज़्यादा अपने को NRI आते हैं तो हुण बच्चे दस रहे थे कि बई भी साडे किसी दे मामे ने आना सी उहदी फ्लाइट जिहड़ी हैगी है वो उन्हां दी डिले हो गई या अजे तक आए नहीं या कि कोई दूजा दस रहा जी कैंसल हो रही है और दूसरा कहंदे साडे भी घर विआह सीगा ते साडे मतलब रिश्तेदारां ने उधरों आना सी पर हुण वो डर रहे आउण नूं ते आ दिक्कत तो आएगी जी क्योंकि किते ना किते डर ते जिहड़ा हैगा वो सारिਆਂ ਦੇ दिलों ਦੇ ਵਿੱਚ ਹੈਗਾ। मैं तो बड़ा करना पाया नहीं समझ जो सोशल मीडिया के ऊपर ज़्यादा जरा हाईलाइट्स हो रहा मैटर उहदे नाल कुछ मैं तो यही कहूँगी कि सोशल मीडिया ते ज़्यादा जो भी हाईलाइट हो रहा है या जो भी असी देखो सोशल मीडिया एक बहुत बड़ा प्लेटफॉर्म है अजकल जिहड़ा असी सारे यूज़ कर रहे हैं तो मैं यही कहूँगी उत्थों ही बच्चे सारे पढ़ रहे हैं उत्थों ही असी पढ़ रहे हैं उत्थों ही असी सुन रहे हैं तो हुण मुद्दा जिहड़ा असली च की है तो हुण कैनेडा च बैठे हुए लोगों को पता है। बट मैं तो यही कहूँगी भी इस मुद्दे का जिहड़ा हैगा ना क्योंकि देखो सल्यूशन निकलना चाहिए तो यही परमात्मा की अरदास है कि आ इशू जिहड़ा है वो खत्म होए।